ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਉ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸਹਿਯੋਗੀ ਮਨਦੀਪ ਸਿੰਘ ਟੁੱਟ। ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਐਨਡੀਪੀ ਪਾਰਟੀ ਵੱਲੋਂ ਇੱਕ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਬਿੱਲ ਕਿਸ ਚੀਜ਼ ਨਾਲ ਜੁੜਿਆ ਹੋਇਆ ਹੈ ਤੇ ਇਸ ਨਾਲ ਕਿਸ ਦਾ ਫਾਇਦਾ ਹੋਵੇਗਾ? ਜੀ ਬਿਲਕੁਲ ਜੀ, ਐਨਡੀਪੀ ਪਾਰਟੀ ਵੱਲੋਂ ਅੱਜ ਜਾਣਕਾਰੀ ਜਾਰੀ ਕੀਤੀ ਗਈ ਹੈ। ਜਿਹੜੇ ਉਹਨਾਂ ਦੇ ਹਾਊਸ ਲੀਡਰ ਨੇ ਪੀਟਰ ਜੁਲੀਅਨ, ਇੱਥੋਂ ਬਰਨਵੀ ਨਿਊ ਵੈਸਟਮਿਨਸਟਰ ਤੋਂ ਜਿਹੜੇ ਐਮਪੀ ਨੇ, ਉਹਨਾਂ ਵੱਲੋਂ ਇੱਕ ਜਿਹੜਾ ਬਿੱਲ ਹੈ ਉਹ ਟੇਬਲ ਕੀਤਾ ਗਿਆ। ਜਿਹੜਾ C229 ਜਿਹੜਾ ਬਿੱਲ ਆ ਉਹ ਜਿਹੜਾ ਟੇਬਲ ਕੀਤਾ ਗਿਆ, ਜਿਹਦੇ ਵਿੱਚ ਇਹ ਮੰਗ ਰੱਖੀ ਗਈ ਆ ਕਿ ਜਿਹੜੇ ਹੇਟ ਸਿੰਬਲ ਆ ਕੈਨੇਡਾ ਦੇ ਵਿੱਚ, ਕਿਉਂਕਿ ਅਸੀਂ ਪਿਛਲੇ ਦਿਨ ਦੇਖਿਆ ਜਦੋਂ ਆਹ ਟਰੱਕਾਂ ਵਾਲਿਆਂ ਦਾ ਪ੍ਰਦਰਸ਼ਨ ਹੋ ਰਿਹਾ ਸੀਗਾ, ਹਾਲੇ ਵੀ ਚੱਲ ਰਿਹਾ ਇਹ, ਉਹਦੇ ਵਿੱਚ ਕੁਝ ਜਿਹੜੇ ਫਲੈਗ ਜਿਹੜੇ ਸੀ ਜਿਹੜੇ ਨਫ਼ਰਤ ਨੂੰ ਵਧਾਉਂਦੇ ਨੇ, ਨਫ਼ਰਤ ਦਾ ਚਿੰਨ੍ਹ ਨੇ। ਔਰ ਕਈ ਵਾਰ ਅਸੀਂ ਦੇਖਿਆ ਜਦੋਂ ਨਸਲੀ ਹਮਲੇ ਹੁੰਦੇ ਆ ਤਾਂ ਉਹ ਕਈ ਦੀਵਾਰਾਂ ਤੇ ਉਹ ਨਿਸ਼ਾਨ ਜਿਹੜੇ ਬਣਾ ਦਿੱਤੇ ਜਾਂਦੇ ਆ, ਜਿਹਦੇ ਵਿੱਚ ਸਵਾਸਤਿਕਾ ਦਾ ਇੱਕ ਨਿਸ਼ਾਨ ਆ ਔਰ ਇੱਕ ਕਨਫੈਡਰੇਟ ਜਿਹੜਾ ਫਲੈਗ ਆ, ਨਾਜੀ ਫਲੈਗ ਹੈ, ਇਹ ਵੀ ਦੇਖਿਆ ਗਿਆ। ਸਾਰਾ ਕੁਝ ਦੇਖਿਆ ਗਿਆ, ਸਾਰੇ ਫਲੈਗ ਅਸੀਂ ਇਸ ਪ੍ਰਦਰਸ਼ਨ ਵਿੱਚ ਦੇਖੇ ਆ। ਇਹਦੇ ਨਾਲ ਹੋਰ ਵੀ ਇੱਕ ਦੋ ਜਿਹੜੇ ਸਿੰਬਲ ਆ ਉਹਦੇ ਵਿੱਚ ਐਡ ਕੀਤੇ ਗਏ ਆ। ਜਿਹੜੇ ਵੀ ਨਫ਼ਰਤ ਨੂੰ ਫੈਲਾਉਂਦੇ ਆ ਉਹਨਾਂ ਨੂੰ ਬੈਨ ਕਰਨ ਦੀ ਮੰਗ ਜਿਹੜੀ ਆ ਉਹ ਰੱਖੀ ਗਈ ਆ। ਸੋ ਇਹ ਬਿੱਲ ਜਿਹੜਾ ਵਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਆ, ਜਿਹੜਾ ਡਰਾਫਟ ਕੀਤਾ ਗਿਆ ਐਨਡੀਪੀ ਵੱਲੋਂ, ਇਹਨੂੰ ਪੇਸ਼ ਕੀਤਾ ਜਾਵੇਗਾ। ਔਰ ਇਹਦੇ ਵਿੱਚ ਇਹ ਉਮੀਦ ਹੈ ਐਨਡੀਪੀ ਨੂੰ ਕਿ ਜਿਹੜੀ ਫੈਡਰਲ ਸਰਕਾਰ ਆ ਜਾਂ ਲਿਬਰਲ ਪਾਰਟੀ ਆ ਜਾਂ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਇਸ ਜਿਹੜਾ ਵਾ ਬਿੱਲ ਆ ਇਹਨੂੰ ਜ਼ਰੂਰ ਸਪੋਰਟ ਕਰਨਗੀਆਂ। ਔਰ ਇਸ ਤੋਂ ਬਾਅਦ ਪਾਬੰਦੀ ਹੋਵੇਗੀ ਕੈਨੇਡਾ ਦੇ ਵਿੱਚ, ਕਿਸੇ ਨੂੰ ਇਹ ਫਲੈਗ ਲਹਿਰਾਉਣ ਤੇ ਕੋਈ ਵੇਚ ਨਹੀਂ ਸਕਦਾ, ਕੋਈ ਪ੍ਰਿੰਟ ਨਹੀਂ ਕਰ ਸਕਦਾ। ਮਤਲਬ ਕਿ ਇੱਕ ਤਰੀਕੇ ਨਾਲ ਇਹਨਾਂ ਫਲੈਗਸ ਦੀ ਹੋਂਦ ਉੱਤੇ ਜਿਹੜੀ ਉਹ ਕੈਨੇਡਾ ਵਿੱਚ ਪਾਬੰਦੀ ਲੱਗ ਜਾਵੇਗੀ। ਅਕਸਰ ਅਸੀਂ ਸੁਣਦੇ ਹਾਂ ਕਿ ਜਦੋਂ ਨਸਲੀ ਹਮਲੇ ਹੁੰਦੇ ਆ, ਜਦੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਅਕਸਰ ਇਹ ਕਿਹਾ ਜਾਂਦਾ ਵੀ ਜਿਹੜੀ ਇਹ ਨਫ਼ਰਤ ਆ ਜਾਂ ਨਾਜੀ ਫਲੈਗ ਆ ਜਾਂ ਜਿਹੜਾ ਇਹ ਕਨਫੈਡਰੇਟ ਫਲੈਗ ਆ, ਜਿਹੜਾ ਸਾਨੂੰ ਉੱਥੇ ਜਦੋਂ ਕੈਪੀਟਲ ਹਿੱਲ ਤੇ ਹੋਇਆ ਸੀ 2020 ਵਿੱਚ, 2021 ਦੇ ਵਿੱਚ, ਜਿਹੜਾ ਪਿਛਲੇ ਸਾਲ 6 ਜਨਵਰੀ ਨੂੰ ਹੋਇਆ ਸੀ ਕੈਪੀਟਲ ਹਿੱਲ ਤੇ ਅਮਰੀਕਾ 'ਚ, ਉੱਥੇ ਵੀ ਦੇਖਿਆ ਸੀ। ਉਦੋਂ ਵੀ ਕਹਿੰਦੇ ਸੀ ਵੀ ਇਹਦੀ ਇੱਥੇ ਕੋਈ ਥਾਂ ਹੈ ਨਹੀਂ। ਕੈਨੇਡਾ ਵਿੱਚ ਵੀ ਅਕਸਰ ਇਹੀ ਵਰਤਿਆ ਜਾਂਦਾ ਵੀ ਇਹਨਾਂ ਫਲੈਗਸ ਦੀ, ਇਹਨਾਂ ਨਿਸ਼ਾਨਾਂ ਦੀ ਜਾਂ ਨਸਲੀ ਹਿੰਸਾ ਦੀ, ਨਸਲੀ ਨਫ਼ਰਤ ਦੀ ਕੋਈ ਥਾਂ ਨਹੀਂ ਹੈਗੀ। ਸੋ ਉਸੇ ਗੱਲ ਨੂੰ ਹੁਣ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਉਸ ਪਾਸੇ ਲੈ ਕੇ ਜਾ ਰਹੇ ਆ ਤੇ ਇਹਨਾਂ ਸਾਰੇ ਨਿਸ਼ਾਨਾਂ ਉੱਤੇ, ਇਹਨਾਂ ਫਲੈਗਸ ਉੱਤੇ ਜਿਹੜੀ ਪਾਬੰਦੀ ਲਾਉਣ ਦੀ ਮੰਗ ਉੱਠੀ ਆ। ਇਹਦੇ ਸੰਬੰਧੀ ਐਨਡੀਪੀ ਵੱਲੋਂ ਹੁਣ ਜਿਹੜਾ ਵਾ ਬਿੱਲ ਉਹ ਪੇਸ਼ ਕੀਤਾ ਜਾਵੇਗਾ, ਟੇਬਲ ਕਰ ਦਿੱਤਾ ਗਿਆ। C229 ਬਿੱਲ ਆ। ਸੋ ਹੁਣ ਦੇਖਦੇ ਆ ਇਹਦੇ ਵਿੱਚ, ਕਿਉਂਕਿ ਲੰਬਾ ਪ੍ਰੋਸੈਸ ਹੁੰਦਾ ਆ ਤੇ ਟੇਬਲ ਹੁੰਦਾ ਆ, ਫਿਰ ਇਹ ਕਈ ਵਾਰ ਰੀਡ ਹੁੰਦਾ ਆ, ਇਹਦੇ ਵਿੱਚ ਫਿਰ ਸੋਧਾਂ ਦੀ ਕੋਈ ਹੋਵੇ ਤਾਂ ਸੋਧ ਵੀ ਹੁੰਦੀ ਆ, ਫਿਰ ਸਾਰਿਆਂ ਦੀ ਸਲਾਹ ਲਈ ਜਾਂਦੀ ਆ, ਫਿਰ ਇਹਨੂੰ ਪਾਸ ਕੀਤਾ ਜਾਂਦਾ ਆ। ਸੋ ਕਮੇਟੀ ਅੱਗੇ ਵੀ ਇਹਨੂੰ ਰੱਖਿਆ ਜਾਂਦਾ, ਜਿਹੜੀ ਪਾਰਲੀਮੈਂਟ ਦੀ ਅੱਗੇ ਕਮੇਟੀ ਹੁੰਦੀ ਆ। ਸੋ ਦੇਖਦੇ ਆ ਕਿਸ ਤਰੀਕੇ ਨਾਲ ਇਹ ਬਿੱਲ ਪਾਸ ਹੁੰਦਾ ਹੈ, ਕਿ ਹੋਰ ਪਾਰਟੀਆਂ ਤੇ ਸਹਿਮਤੀ ਬਣਾਉਂਦੀਆਂ ਨਹੀਂ ਬਣਾਉਂਦੀਆਂ। ਪਰ ਜਗਮੀਤ ਸਿੰਘ ਦੀ ਪਾਰਟੀ ਜਿਹੜੀ ਐਨਡੀਪੀ ਆ, ਉਹਨਾਂ ਦੇ ਜਿਹੜੇ ਹਾਊਸ ਲੀਡਰ ਹੈ ਪੀਟਰ ਜੁਲੀਅਨ, ਉਹਨਾਂ ਵੱਲੋਂ ਇਹ ਬਿੱਲ ਟੇਬਲ ਕਰ ਦਿੱਤਾ ਗਿਆ। ਜੀ ਮਨਦੀਪ ਜੀ, ਗੋ ਫੰਡਮੀ ਨੂੰ ਲੈ ਕੇ ਵੀ ਲਗਾਤਾਰ ਕਈ ਵਾਰ ਖਬਰਾਂ ਸਾਹਮਣੇ ਆਉਂਦੀਆਂ ਨੇ, ਪਰ ਹੁਣ ਐਨਡੀਪੀ ਵੱਲੋਂ ਇਸ ਬਾਰੇ ਮੰਗ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇਸ ਗੋ ਫੰਡਮੀ ਦੇ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਜੀ ਇਹ ਵੀ ਜਿਹੜਾ ਐਨਡੀਪੀ ਵੱਲੋਂ ਹੀ ਜਾਣਕਾਰੀ ਕੀਤੀ ਗਈ ਹੈ ਕਿ ਜਿਹੜੀ ਪਬਲਿਕ ਸੇਫਟੀ ਕਮੇਟੀ ਆ ਪਾਰਲੀਮੈਂਟ ਦੀ, ਉਹਦੇ ਵਿੱਚ ਇੱਕ ਮੋਸ਼ਨ ਜਿਹੜਾ ਰੱਖਿਆ ਗਿਆ ਸੀਗਾ ਕਿ ਜਿਹੜਾ ਗੋ ਫੰਡਮੀ ਵਿੱਚ ਤੇ ਜਿਹੜਾ ਇਹ ਸਾਰਾ ਕੁਝ ਇੰਨੇ ਪੈਸੇ ਇਕੱਠੇ ਹੋਏ ਆ, ਕਿਉਂਕਿ ਪਹਿਲੇ ਦਿਨ ਤੋਂ ਸਭ ਦੀ ਨਜ਼ਰ ਸੀਗੀ 14 ਜਨਵਰੀ ਨੂੰ ਤਮਾਰਾ ਰੀਚ ਤੇ ਇੱਕ ਹੋਰ ਵਿਅਕਤੀ ਵੱਲੋਂ ਜਿਹੜਾ ਸੀਗਾ ਇਹ ਗੋ ਫੰਡਮੀ ਪੇਜ ਸ਼ੁਰੂ ਕੀਤਾ ਜਾਂਦਾ ਆ। ਇਸ ਜਿਹੜਾ ਟਰੱਕ ਪ੍ਰਦਰਸ਼ਨ ਜਿਹੜਾ ਵਾ ਇੱਥੋਂ ਜਦੋਂ ਡੈਲਟਾ ਤੋਂ BC ਤੋਂ ਚੱਲਦਾ ਆ, ਤਾਂ ਇਹਦੇ ਵਿੱਚ ਤੇਲ ਪਵਾਉਣ ਲਈ, ਖਾਣ ਪੀਣ ਦਾ ਖਰਚਾ, ਜਿਹੜੇ ਹੋਰ ਖਰਚੇ ਇਸ ਰੈਲੀ 'ਚ ਆਉਣਗੇ, ਉਹਦੇ ਸਮਰਥਨ ਲਈ ਜਿਹੜਾ ਸੀਗਾ ਇਹ ਗੋ ਫੰਡਮੀ ਪੇਜ ਸ਼ੁਰੂ ਕੀਤਾ ਗਿਆ ਸੀਗਾ। ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇਹਨੂੰ ਭਰਵਾਂ ਸਮਰਥਨ ਮਿਲਿਆ, ਕੁਝ ਹੀ ਦਿਨਾਂ ਵਿੱਚ $10 ਮਿਲੀਅਨ ਇਕੱਠੇ ਹੋ ਗਏ। ਇਸ ਵਕਤ ਜਿਹੜਾ ਵਾ ਇਹ ਜਿਹੜਾ ਪੇਜ ਆ ਗੋ ਫੰਡਮੀ ਨੇ ਤੇ ਇਹਨੂੰ ਰੋਕ ਦਿੱਤਾ ਆ। ਹੋਰ ਫੰਡ ਇੱਥੇ ਹੋਰ ਦਾਨ ਡੋਨੇਸ਼ਨ ਨਹੀਂ ਕੀਤਾ ਜਾ ਸਕਦਾ। 1 ਲੱਖ ਤੋਂ ਵੱਧ, ਲਗਭਗ 1.25 ਲੱਖ ਦੇ ਆਸ-ਪਾਸ ਜੇਕਰ ਅਸੀਂ ਕਹਿ ਲਈਏ, 1 ਲੱਖ ਤੋਂ ਉੱਪਰ ਲੋਕਾਂ ਨੇ ਡੋਨੇਸ਼ਨ ਦਿੱਤੀ ਆ। $10,95,000 ਤੋਂ ਵੱਧ ਡਾਲਰ ਇਸ ਵਕਤ ਇਸ ਪੇਜ ਤੇ ਇਕੱਠੇ ਹੋਏ ਨੇ। ਔਰ ਇਹ 'ਚੋਂ ਪਤਾ ਚੱਲਿਆ ਸੀ ਕਿ $1 ਮਿਲੀਅਨ ਰਿਲੀਜ਼ ਵੀ ਜਿਹੜਾ ਸੀ ਉਹ ਕਰ ਦਿੱਤਾ ਸੀ ਗੋ ਫੰਡਮੀ ਨੇ। ਔਰ ਹੁਣ ਜਿਹੜਾ ਵਾ ਇਹ ਪੇਜ ਅੰਡਰ ਰਿਵਿਊ ਆ, ਜੋ ਕਿ ਉੱਥੇ ਇਨਫੋਰਮੇਸ਼ਨ ਆ ਰਹੀ ਹੈ ਇਸ ਵਕਤ। ਜੇਕਰ ਤੁਸੀਂ ਇਸ ਗੋ ਫੰਡਮੀ ਪੇਜ ਤੇ ਜਾਂਦੇ ਹੋ ਤਾਂ ਅੰਡਰ ਰਿਵਿਊ ਲਿਖਿਆ ਆਉਂਦਾ ਹੈ ਔਰ ਪੌਜ਼ ਕੀਤਾ ਹੋਇਆ, ਇਹਨੂੰ ਹੋਰ ਇੱਥੇ ਨਹੀਂ ਜਾ ਸਕਦੇ।
ਸੋ ਇਹਦੇ ਹੁਣ ਜਾਂਚ ਲਈ ਐਨਡੀਪੀ ਵੱਲੋਂ ਇੱਕ ਮੋਸ਼ਨ ਜਿਹੜਾ ਪਾਸ ਕੀਤਾ ਗਿਆ, ਉਹ ਕਹਿੰਦੇ ਵੀ ਇਹ ਜਿਹੜਾ ਪੈਸਾ ਆ ਸਾਰਾ ਇੱਕ ਇਸ ਤਰੀਕੇ ਦਾ ਪ੍ਰੋਟੈਸਟ ਆ ਜਿਹਦੇ ਵਿੱਚ ਆਟਵਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਨਾਲ ਇਹ ਸੀਜ ਵਾਲੇ ਹਾਲਾਤ ਬਣੇ ਹੋਏ ਨੇ। ਇਹ ਸ਼ਹਿਰ ਸੀਲ ਕੀਤਾ ਹੋਇਆ, ਜਿਵੇਂ ਇਹ ਪ੍ਰੋਟੈਸਟਰਸ ਨੇ ਉੱਥੇ ਇਸ ਵਕਤ ਡਾਊਨਟਾਊਨ ਬੰਦ ਆ, ਕਹਿੰਦੇ ਉੱਥੇ ਕੁਝ ਲੋਕਾਂ ਨੂੰ ਅਬਿਊਜ਼ ਵੀ ਕੀਤਾ ਗਿਆ ਜਿਹੜੇ ਸਥਾਨਕ ਸੀਗੇ। ਇਸ ਵਕਤ ਉੱਥੇ ਲੋਕ ਦੁਖੀ ਵੀ ਨੇ। ਸੋ ਇਹ ਇੱਕ ਵਾਈਟ ਸੁਪਰੀਮੈਸੀ ਦਾ ਵੀ ਜਿਹੜਾ ਵਾ ਇਹਦੇ ਵਿੱਚ ਵਾਈਟ ਸੁਪਰੀਮੈਸੀ ਦੀ ਗੱਲ ਵੀ ਕੀਤੀ ਜਾ ਰਹੀ ਆ ਕਿ ਇੰਨੀ ਵੱਡੇ ਪੱਧਰ ਤੇ ਲੋਕਾਂ ਨੇ ਦਾਨ ਕੀਤਾ, ਜਿਹਦੇ ਵਿੱਚ ਨਾਮ ਜਿਹੜੇ ਆ ਉਹ ਨਹੀਂ ਦੱਸੇ ਗਏ। ਕਿਸੇ ਨੇ 25,000, ਕਿਸੇ ਨੇ 22,000, ਕਿਸੇ ਨੇ 13,000। ਹਾਲਾਂਕਿ ਉੱਥੇ ਇੱਕ ਨਾਮ ਜੋਧਵੀਰ ਸਿੰਘ ਧਾਲੀਵਾਲ ਵੀ ਸ਼ੋ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਟੌਪ ਡੋਨੇਸ਼ਨਸ ਦੇ ਵਿੱਚ। ਉਹ ਕਿਹਾ ਜਾਂਦਾ ਕਿ ਜਿਹੜੇ ਜਗਮੀਤ ਸਿੰਘ ਦੇ ਬ੍ਰਦਰ ਇਨ ਲਾ ਆ ਉਹਨਾਂ ਵੱਲੋਂ ਇਹ ਦਾਨ ਕੀਤਾ ਗਿਆ ਉਹਨਾਂ ਦਾ। ਹਾਲਾਂਕਿ ਇਹ ਵੀ ਖਬਰ ਆਈ ਸੀ ਕਿ ਉਹ ਹੁਣ ਪੈਸੇ ਆਪਣੇ ਵਾਪਸ ਮੰਗ ਰਹੇ ਨੇ। ਸੋ ਉਹਦੇ ਜਾਂਚ ਸੰਬੰਧੀ ਜਿਹੜੀ ਇਹ ਇੱਕ ਮੋਸ਼ਨ ਪਾਸ ਕੀਤਾ ਗਿਆ, ਮਤਾ ਪਾਸ ਕੀਤਾ ਗਿਆ ਇਸ ਕਮੇਟੀ ਵਿੱਚ। ਇਹ ਵੀ ਐਨਡੀਪੀ ਵੱਲੋਂ ਹੀ ਈਮੇਲ ਦੁਆਰਾ ਜਿਹੜੀ ਸਾਨੂੰ ਜਾਣਕਾਰੀ ਭੇਜੀ ਗਈ ਆ। ਸੋ ਦੇਖਦੇ ਆ ਇਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ। ਜਿਹੜਾ GoFundMe ਰਿਵਿਊ ਕਰ ਰਿਹਾ ਸਭ ਨੂੰ, ਇਸ ਫੰਡ ਨੂੰ, ਉਹਦੇ ਵਿੱਚ ਕੀ ਆਉਂਦਾ ਆ ਕਿ ਇਹ ਜਿਹੜਾ ਫੰਡ ਆ ਜਿਹੜੇ ਪ੍ਰੋਟੈਸਟਰ ਆ ਉਹਨਾਂ ਨੂੰ ਦਿੱਤਾ ਜਾਂਦਾ ਜਾਂ ਫਿਰ ਡੋਨੇਸ਼ਨ ਜਿਹੜੀ ਉਹ ਵਾਪਸ ਲੋਕਾਂ ਨੂੰ ਭੇਜ ਦਿੱਤੀ ਜਾਂਦੀ ਆ। ਸੋ ਬਹੁਤ ਸਾਰੀਆਂ ਚੀਜ਼ਾਂ ਇਸ ਵਕਤ ਦਿਲਚਸਪੀ ਬਣੀ ਹੋਈ ਆ। ਸੋ ਦੇਖਦੇ ਆ ਸਰਕਾਰ ਵੀ ਇਸ ਉੱਤੇ ਨਿਗਾਹ ਬਣਾ ਕੇ ਰੱਖ ਰਹੀ ਆ ਕਿ ਕਿਹੜੇ ਉਹ ਲੋਕ ਸੀ ਜਿਨ੍ਹਾਂ ਨੇ ਇੰਨੀ ਵੱਡੀ ਪੱਧਰ ਤੇ ਫੰਡ ਦਿੱਤਾ, ਉਹਨਾਂ ਦੀ ਪਛਾਣ ਕੀ, ਉਹ ਕੈਨੇਡਾ 'ਚ ਨੇ, ਕੈਨੇਡਾ ਤੋਂ ਬਾਹਰੋਂ ਨੇ, ਕਿਹੜੇ ਲੋਕ ਨੇ। ਸੋ ਲੱਗਦਾ ਕਿ ਸਾਰੀਆਂ ਚੀਜ਼ਾਂ ਦੀ ਜਾਂਚ ਹੋ ਰਹੀ ਹੈ ਜੀ। ਪਰ ਮਨਦੀਪ ਜੀ, ਹੁਣ ਬਾਰਡਰ ਦੇ ਉੱਪਰ ਕੀ ਹਾਲਾਤ ਬਣੇ ਹੋਏ ਨੇ, ਕਿਉਂਕਿ ਕਾਫੀ ਦਿਨ ਹੋ ਗਏ ਆਟਵਾ ਦੇ ਵਿੱਚ ਪ੍ਰਦਰਸ਼ਨ ਜਾਰੀ ਹੈ, ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਨਾ ਕਰ ਚੁੱਕੇ ਨੇ ਮਿਲਣ ਤੋਂ, ਪਰ ਇੱਥੇ ਹੁਣ ਬਾਰਡਰ ਦੇ ਉੱਪਰ ਕੀ ਹਾਲਾਤ ਬਣੇ ਹੋਏ ਨੇ? ਜੀ ਬਿਲਕੁਲ ਜੀ, ਹੁਣ ਬਾਰਡਰ ਤੇ ਵੀ ਹਫ਼ਤੇ ਦੇ ਨੇੜੇ ਤੇੜ ਹੋ ਚੱਲਿਆ ਵਾ ਇਹ ਜਿਹੜਾ ਪ੍ਰੋਟੈਸਟ ਆ। ਇੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਸੀ ਕਿਉਂਕਿ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ, ਕੁਝ ਲੋਕ ਜਿਹੜੇ ਉਹ ਵਾਪਸ ਵੀ ਗਏ ਨੇ। ਔਰ ਅੱਜ ਇੱਕ ਜਿਹੜੀ ਰਿਪੋਰਟ ਮੈਂ ਦੇਖ ਰਿਹਾ ਸੀਗਾ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਸੀ, ਦਿਖਾਇਆ ਵੀ ਜਾ ਰਿਹਾ ਸੀ ਕਿ ਇੱਕ ਲੇਨ ਦੋਨੇ ਪਾਸਿਓਂ ਖੋਲ ਦਿੱਤੀ ਗਈ ਆ ਹਾਈਵੇ ਦੀ। ਹਾਲਾਂਕਿ ਉਹ ਲੋਕ ਉੱਥੇ ਹੀ ਨੇ, ਹੱਲੇ ਉਹ ਆਪਣਾ ਪ੍ਰੋਟੈਸਟ ਛੱਡ ਕੇ ਨਹੀਂ ਗਏ ਨੇ। ਪਰ ਇੰਨਾ ਕੁ ਜ਼ਰੂਰ ਹੈ ਕਿ ਜਦੋਂ ਉਹਨਾਂ ਦਾ ਨੈਗੋਸ਼ੀਏਸ਼ਨ ਚੱਲ ਰਹੀ ਸੀ ਤਾਂ ਸ਼ਾਇਦ ਉਹਨਾਂ ਨੇ ਇੱਕ ਲਾਈਨ ਦੋਨੇ ਪਾਸਿਓਂ ਖੋਲ ਦਿੱਤੀ ਆ ਹਾਈਵੇ ਦੀ, ਆਉਣ ਵਾਲੀ ਵੀ ਇੱਕ ਤੇ ਇੱਕ ਜਾਣ ਵਾਲੀ ਵੀ। ਪਰ ਉਹ ਟਰੱਕਰ ਹੱਲੇ ਉੱਥੇ ਡਟੇ ਹੋਏ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ। ਇਕੱਲੇ ਟਰੱਕਰ ਨਹੀਂ, ਕੁਝ ਹੋਰ ਲੋਕ ਵੀ ਉਹਨਾਂ ਦਾ ਉੱਥੇ ਸਮਰਥਨ ਕਰ ਰਹੇ ਨੇ। ਸੋ ਉਹਨਾਂ ਦਾ ਕਹਿਣਾ ਕਿ ਆਪਣੀ ਫਰੀਡਮ ਲਈ ਉਹ ਡਟੇ ਰਹਿਣਗੇ। ਹਾਲਾਂਕਿ ਵੱਡੀ ਪੱਧਰ ਤੇ ਉਹਨਾਂ ਨੂੰ ਇਹਦੇ ਵਿਰੋਧ 'ਚ ਵੀ ਗੱਲ ਜਾ ਰਹੀ ਆ ਕਿਉਂਕਿ ਲੋਕਾਂ ਦਾ ਕਹਿਣਾ ਕਿ ਉਹਨਾਂ ਦਾ ਪ੍ਰਦਰਸ਼ਨ ਜਿਹੜਾ ਸਭ ਤੱਕ ਪਹੁੰਚ ਗਿਆ, ਉਹਨਾਂ ਦੀ ਆਵਾਜ਼ ਸਾਰਿਆਂ ਤੱਕ ਪਹੁੰਚ ਗਈ ਆ। ਔਰ ਹੁਣ ਉਹਨਾਂ ਨੂੰ ਕੋਈ ਹੋਰ ਤਰੀਕਾ ਲੱਭਣਾ ਚਾਹੀਦਾ ਆਪਣੀ ਮੰਗ ਮਨਵਾਉਣ ਲਈ, ਤੇ ਹਾਈਵੇ ਜਿਹੜਾ ਉਹ ਛੱਡ ਦੇਣਾ ਚਾਹੀਦਾ ਆ। ਉੱਥੇ ਨਾਰਮਲ ਟ੍ਰੈਫਿਕ ਪਹਿਲਾਂ ਵਾਂਗੂ ਬਹਾਲ ਕਰ ਦੇਣਾ ਚਾਹੀਦਾ ਆ। ਪਰ ਫਿਲਹਾਲ ਨਾਰਮਲ ਤਾਂ ਨਹੀਂ ਹੋ ਸਕਿਆ। ਪਰ ਇਹ ਖਬਰਾਂ ਜ਼ਰੂਰ ਆ ਰਹੀਆਂ ਨੇ ਕਿ ਇੱਕ ਲੇਨ ਜਿਹੜੀ ਆ ਦੋਨੇ ਪਾਸੇ ਖੋਲ ਦਿੱਤੀ ਗਈ ਆ, ਜਿੰਨਾ ਕੁਝ ਨਾ ਕੁਝ ਟ੍ਰੈਫਿਕ ਜ਼ਰੂਰ ਚਾਲੂ ਹੋ ਗਿਆ। ਹਾਲਾਂਕਿ ਉੱਥੇ ਹਾਲੇ ਤੱਕ ਕੋਈ ਅਰੈਸਟ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਆ, ਕਿਸੇ ਤਰੀਕੇ ਦੀ ਕੋਈ ਹਿੰਸਾ ਦੀ ਖਬਰ ਸਾਹਮਣੇ ਨਹੀਂ ਆਈ ਆ। ਸੋ ਦੇਖਦੇ ਹਾਂ ਕਿਸ ਤਰੀਕੇ ਨਾਲ ਉੱਥੇ ਨੈਗੋਸ਼ੀਏਸ਼ਨ ਹੋ ਰਹੀ ਆ। ਪਰ ਇੰਨੀ ਜ਼ਰੂਰ ਖਬਰ ਆਈ ਹੈ ਕਿ ਇੱਕ ਲੇਨ ਖੋਲ ਦਿੱਤੀ ਗਈ ਹੈ ਜੀ। ਪਰ ਦੂਜੇ ਪਾਸੇ ਮਨਦੀਪ ਜੀ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਟਿਕਟਾਂ ਜਿਹੜੀਆਂ ਪੁਲਿਸ ਵੱਲੋਂ ਜਾਰੀ ਕੀਤੀਆਂ ਗਈਆਂ ਨੇ, ਤੇ ਹੁਣ ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਪੁਲਿਸ ਵੱਲੋਂ ਕੀ ਦੱਸਿਆ ਜਾ ਰਿਹਾ ਹੈ ਇਹਨਾਂ ਜਿਹੜੇ ਮੌਜੂਦਾ ਉੱਥੇ ਹਾਲਾਤ ਬਣੇ ਹੋਏ ਨੇ? ਜੀ ਬਿਲਕੁਲ ਜੀ, ਕਈ ਤਰੀਕੇ ਅਪਣਾਏ ਜਾ ਰਹੇ ਨੇ। ਬਹੁਤ ਸਾਰੇ ਲੋਕ ਤਾਂ ਵਾਪਸ ਚਲੇ ਗਏ ਨੇ, ਪਰ ਕਈ ਲੋਕ ਜਿਹੜੇ ਹੈਗੇ ਨੇ ਉਹ ਧਾਰ ਕੇ ਬੈਠੇ ਨੇ। ਟਰੱਕ ਵੀ ਉੱਥੇ ਨੇ, ਕੁਝ ਗਿਣਤੀ ਹੈਗੀ ਉਹਨਾਂ ਦੀ ਵੀ, ਲੋਕਾਂ ਦੀ। ਔਰ ਉਹ ਕਹਿੰਦੇ ਵੀ ਅਸੀਂ ਜਦ ਤੱਕ ਜਿਹੜੀ ਵੈਕਸੀਨ ਮੰਡੇਟ ਆ ਤੇ ਜਿਹੜਾ ਮਾਸਕ ਮੰਡੇਟ ਆ, ਕਹਿੰਦੇ ਜਦ ਤੱਕ ਇਹ ਨਹੀਂ ਹਟਾਇਆ ਜਾਂਦਾ ਤਾਂ ਅਸੀਂ ਉਦੋਂ ਤੱਕ ਜਿਹੜਾ ਉਹ ਨਹੀਂ ਜਾਣਾ। ਬੇਸ਼ੱਕ ਜਸਟਿਨ ਟਰੂਡੋ ਉਹਨਾਂ ਨੂੰ ਕਹਿ ਚੁੱਕੇ ਨੇ ਕਿ ਤੁਸੀਂ ਹੁਣ ਵਾਪਸ ਚਲੇ ਜਾਓ। ਡਗ ਫੋਰਡ ਕਹਿ ਚੁੱਕੇ ਨੇ, ਐਨਡੀਪੀ ਦੇ ਜਗਮੀਤ ਸਿੰਘ ਕਹਿ ਚੁੱਕੇ ਨੇ, ਆਟਵਾ ਦੇ ਮੇਅਰ ਕਹਿ ਚੁੱਕੇ ਨੇ। ਕਈ ਸਥਾਨਕ ਲੋਕ ਵੀ ਉੱਥੇ ਜਾ ਕੇ ਉਹਨਾਂ ਨਾਲ ਕੁਝ ਤੱਤੇ ਠੰਡੇ ਹੋ ਚੁੱਕੇ ਨੇ। ਕੁਝ ਪ੍ਰਦਰਸ਼ਨ ਅਸੀਂ ਦੇਖਿਆ ਕਿ ਉੱਥੇ ਜਾ ਕੇ ਲੋਕਾਂ ਨੇ ਮੀਡੀਆ ਅੱਗੇ ਵੀ ਦੱਸਿਆ ਵੀ ਅਸੀਂ ਹੁਣ ਪਰੇਸ਼ਾਨ ਹੋ ਰਹੇ ਆ। ਕੁਝ ਉੱਥੇ ਹੱਲੇ ਵੀ ਆਟਵਾ ਦੇ ਵਿੱਚ ਰੋਡ ਬੰਦ ਨੇ, ਜਿਹੜੀਆਂ ਬੱਸਾਂ ਜਿਹੜੇ ਰੂਟ ਨੇ ਉਹ ਵੀ ਬਦਲੇ ਗਏ ਨੇ। ਮਾਲ ਕੁਝ ਬੰਦ ਨੇ, ਕੁਝ ਦੁਕਾਨਾਂ ਖੁੱਲੀਆਂ ਨੇ, ਕੁਝ ਹੱਲੇ ਵੀ ਬੰਦ ਨੇ। ਸੋ ਕੁਝ ਤਰੀਕੇ ਨਾਲ ਹੱਲੇ ਬਹੁਤ ਜਿਹੜਾ ਬੁਰੇ ਤਰੀਕੇ ਨਾਲ ਪ੍ਰਭਾਵ ਇਸ ਪ੍ਰੋਟੈਸਟ ਦਾ ਆਟਵਾ ਦੇ ਡਾਊਨਟਾਊਨ ਵਿੱਚ ਹੈਗਾ ਆ। ਸੋ ਜਦੋਂ ਹੌਰਨ ਵਜਾਏ ਜਾਂਦੇ ਨੇ, ਕਾਫੀ ਘੰਟੇ ਸੁਣ ਚ ਆਇਆ ਕਿ ਹੌਰਨ ਵਜਾਏ ਜਾਂਦੇ ਨੇ, ਹੌਰਨ ਵਜਾ ਕੇ ਪ੍ਰਦਰਸ਼ਿਤ ਕੀਤਾ ਜਾਂਦਾ, ਉਹਦੇ ਨਾਲ ਵੀ ਨੇੜੇ ਤੇੜੇ ਦੇ ਲੋਕ ਦੱਸ ਰਹੇ ਕਿ ਪਰੇਸ਼ਾਨੀ ਆ ਰਹੀ ਆ। ਸੋ ਕੱਲ ਵੀ ਅਸੀਂ ਪ੍ਰੋਗਰਾਮ 'ਚ ਦੱਸਿਆ ਸੀ ਕਿ ਪੁਲਿਸ ਵਿਚਾਰ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਵਾ ਇਹਨਾਂ ਨੂੰ ਜਾਂ ਕੋਈ ਡੈਡਲਾਈਨ ਦੇ ਕੇ ਵੀ ਤੁਸੀਂ ਇਸ ਤਰੀਕ ਤੱਕ ਚਲੇ ਜਾਓ, ਉਸ ਤੋਂ ਬਾਅਦ ਜੁਰਮਾਨੇ ਲਾਏ ਜਾ ਸਕਦੇ ਆ।
ਸੋ ਜਿਹੜੀ ਅੱਜ ਜਾਣਕਾਰੀ ਸਾਹਮਣੇ ਆਈ ਹੈ ਕਿ 30 ਕੁ ਟਿਕਟਾਂ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ, ਪਰ ਇਹਨਾਂ ਟਿਕਟਾਂ ਦਾ ਕੋਈ ਅਸਰ ਫਿਲਹਾਲ ਦੇਖਣ ਨੂੰ ਨਹੀਂ ਮਿਲਿਆ। ਉਹ ਲੋਕ ਉੱਥੇ ਹੀ ਨੇ। ਜਿਹੜੇ ਆਟਵਾ ਦੇ ਪੁਲਿਸ ਮੁਖੀ ਨੇ, ਉਹਨਾਂ ਦਾ ਕਹਿਣਾ ਕਿ ਕੁਝ ਹੋਰ ਲੋਕਾਂ ਉੱਤੇ ਵੀ, ਇੱਕ ਵਿਅਕਤੀ ਉੱਤੇ ਕ੍ਰਿਮੀਨਲ ਚਾਰਜ ਵੀ ਲਾਇਆ ਗਿਆ। ਕਹਿੰਦੇ ਕੁਝ ਹੋਰ ਚਾਰਜ ਵੀ ਕੁਝ ਹੋਰ ਲੋਕਾਂ ਤੇ ਲਾਏ ਜਾ ਸਕਦੇ ਨੇ। ਹਾਲਾਂਕਿ ਜਦੋਂ ਇਹ ਪੁੱਛਿਆ ਗਿਆ ਜਸਟਿਨ ਟਰੂਡੋ ਨੂੰ ਕਿ ਮਿਲਟਰੀ ਦੀ ਜਾਂ ਫੌਜ ਦੀ ਮਦਦ ਲਈ ਜਾ ਸਕਦੀ ਹੈ, ਤਾਂ ਇਸ ਗੱਲ ਤੋਂ ਜਸਟਿਨ ਟਰੂਡੋ ਨੇ ਇਨਕਾਰ ਕਰ ਦਿੱਤਾ। ਪੁਲਿਸ ਮੁਖੀ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਵੀ ਕੋਈ ਧੱਕੇਸ਼ਾਹੀ ਜਿਹੜੀ ਆ ਫਿਲਹਾਲ ਨਹੀਂ ਕੀਤੀ ਜਾਊਗੀ। ਫਿਲਹਾਲ ਹੋਰ ਜਿਹੜੇ ਤਰੀਕੇ ਅਪਣਾਏ ਜਾਣਗੇ ਇਸ ਪ੍ਰਦਰਸ਼ਨ ਨੂੰ ਖਤਮ ਕਰਨ ਲਈ। ਸੋ ਲੋਕ ਵੀ ਸੋਚ ਰਹੇ ਆ ਵੀ ਹੁਣ ਇਹਨੂੰ ਖਤਮ ਕਿਸ ਤਰੀਕੇ ਨਾਲ ਕੀਤਾ ਜਾਊਗਾ, ਕਿਉਂਕਿ ਲੋਕ ਪੱਕੇ ਡੇਰੇ ਲਾ ਕੇ ਬੈਠ ਗਏ ਆ। 7 ਦਿਨ ਉਹਨਾਂ ਨੂੰ ਹੋ ਗਏ ਆ। ਸੋ ਦੇਖਦੇ ਆ ਕੀ ਬਣਦਾ ਆ। ਫਿਲਹਾਲ ਇਹ ਪ੍ਰਦਰਸ਼ਨ ਜਾਰੀ ਆ ਜੀ। ਪਰ ਮਨਦੀਪ ਜੀ, ਇੱਕ ਹੋਰ ਇਸ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਕੀ ਕਹਿ ਰਹੇ ਨੇ, ਕਿਉਂਕਿ ਪਹਿਲਾਂ ਤਾਂ ਉਹਨਾਂ ਵੱਲੋਂ ਨਾ ਕਰ ਦਿੱਤੀ ਗਈ ਸੀ ਤੇ ਹੁਣ ਉਹਨਾਂ ਵੱਲੋਂ ਕੋਈ ਤਾਜ਼ਾ ਬਿਆਨ ਦਿੱਤਾ ਗਿਆ ਇਸ ਪ੍ਰੋਟੈਸਟ ਦੇ ਬਾਰੇ। ਜੀ ਬਿਲਕੁਲ, ਇੱਕ ਤਾਂ ਉਹਨਾਂ ਬਾਰੇ ਇਹ ਆ ਕਿ ਫਿਲਹਾਲ ਉਹ ਪੋਜ਼ਿਟਿਵ ਨੇ ਕੋਵਿਡ ਤੇ, ਤਾਂ ਵੈਸੇ ਵੀ ਉਹ ਆਈਸੋਲੇਸ਼ਨ ਵਿੱਚ ਨੇ। ਉਹਨਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਵੀ, ਉਹਨਾਂ ਦੇ ਬੱਚਿਆਂ ਨੂੰ ਵੀ, 2 ਬੱਚਿਆਂ ਦੀ ਸ਼ਾਇਦ ਖਬਰ ਆਈ ਸੀ ਕਿ ਉਹ ਵੀ ਜਿਹੜੇ ਆ ਕੋਵਿਡ ਪੋਜ਼ਿਟਿਵ ਨੇ। ਉਹ ਤਾਂ ਫਿਲਹਾਲ ਆਈਸੋਲੇਟ ਨੇ, ਔਰ ਜਿਹੜੀ ਪਾਰਲੀਮੈਂਟ ਦੀ ਕਾਰਵਾਈ ਵੀ ਚੱਲਦੀ ਹੈ ਉਹਦੇ ਵਿੱਚ ਵੀ ਆਨਲਾਈਨ ਜੁੜਦੇ ਨੇ। ਔਰ ਵੈਸੇ ਵੀ ਉਹਨਾਂ ਨੇ ਸਾਫ਼ ਤੌਰ ਤੇ ਪਹਿਲਾਂ ਵੀ ਨਾ ਕਰ ਦਿੱਤੀ ਸੀ ਕਿ ਉਹਨਾਂ ਦਾ ਕੋਈ ਇਰਾਦਾ ਨਹੀਂ ਆ ਕਿ ਉਹ ਪ੍ਰੋਟੈਸਟਰਸ ਨੂੰ ਮਿਲਣਗੇ, ਪ੍ਰਦਰਸ਼ਨਕਾਰੀ ਨੂੰ ਮਿਲਣਗੇ। ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਨਹੀਂ ਮਿਲ ਰਿਹਾ ਉਹਨਾਂ ਨੂੰ। ਸੋ ਫਿਲਹਾਲ ਉਹਨਾਂ ਦੇ ਆਪਣੇ ਸਟੈਂਡ ਤੇ ਕਾਇਮ ਨੇ ਉੱਥੇ ਹੀ। ਸੋ ਦੇਖਦੇ ਆ ਅੱਗੋਂ ਸਰਕਾਰ ਕੀ ਕਰਦੀ ਹੈ। ਜੀ ਬਿਲਕੁਲ। ਸੋ ਮਨਦੀਪ ਜੀ, ਇਸ ਦੇ ਨਾਲ ਜਿਹੜਾ ਸਵਾਲ ਹੈ ਕਿ ਹੁਣ ਕਰੋਨਾ ਵਾਇਰਸ ਦੇ ਕਾਰਨ ਮਾਰਚ 2020 ਤੋਂ ਹੀ ਵੱਖ-ਵੱਖ ਦੇਸ਼ਾਂ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ, ਸਖਤੀ ਉਹਨਾਂ ਵੱਲੋਂ ਕੀਤੀ ਗਈ ਸੀ। ਪਰ ਫਿਰ ਬਾਅਦ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਹੌਲੀ-ਹੌਲੀ ਕਰਕੇ ਕੁਝ ਦੇਸ਼ਾਂ ਵੱਲੋਂ ਸਖਤੀਆਂ ਵਿੱਚ ਰਾਹਤ ਵੀ ਦਿੱਤੀ ਗਈ। ਫਿਰ ਓਮੀਕਰੌਨ ਵੇਰੀਐਂਟ ਆਇਆ ਤੇ ਫਿਰ ਤੋਂ ਪਾਬੰਦੀਆਂ ਕਰ ਦਿੱਤੀਆਂ ਗਈਆਂ। ਪਰ ਹੁਣ ਇੱਕ ਵਾਰ ਫਿਰ ਤੋਂ ਅਜਿਹਾ ਸਮਾਂ ਆ ਰਿਹਾ ਕਿ ਜਦੋਂ ਜ਼ਿਆਦਾਤਰ ਜਿਹੜੇ ਦੇਸ਼ ਨੇ ਉਹਨਾਂ ਵੱਲੋਂ ਤਕਰੀਬਨ ਸਾਰੀਆਂ ਜਿਹੜੀਆਂ ਨੇ ਰਿਸਟ੍ਰਿਕਸ਼ਨਸ ਚੱਕੀਆਂ ਜਾ ਰਹੀਆਂ ਨੇ। ਇਸ ਬਾਰੇ ਸਵਾਲ ਤੁਹਾਡੇ ਤੋਂ ਪੁੱਛਾਂਗੇ, ਪਰ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਇੱਕ ਰਿਪੋਰਟ ਦੇ ਉੱਪਰ ਜੋ ਇਹਨਾਂ ਦੇਸ਼ਾਂ ਦੇ ਬਾਰੇ ਸਾਹਮਣੇ ਆਈ ਹੈ। ਹਾਊਸਫੁੱਲ ਸਿਨੇਮਾਸ, ਲੇਟ ਨਾਈਟ ਪਾਰਟੀ, ਬਿਨਾਂ ਕਿਸੇ ਪਾਬੰਦੀਆਂ, ਮਾਸਕ ਦੇ ਆਜ਼ਾਦ ਘੁੰਮਣਾ, ਇਹ ਚੀਜ਼ਾਂ ਦੇਖਿਆ ਕਾਫੀ ਲੰਬਾ ਸਮਾਂ ਹੋ ਗਿਆ। ਮਾਰਚ 2020 ਤੋਂ ਹੀ ਕਰੋਨਾ ਵਾਇਰਸ ਦੇ ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਪਾਬੰਦੀਆਂ ਲੱਗੀਆਂ ਹੋਈਆਂ ਨੇ। ਪਰ ਹੁਣ ਇੱਕ ਵਾਰ ਫਿਰ ਤੋਂ ਦੇਸ਼ਾਂ ਵੱਲੋਂ ਇਹਨਾਂ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਯੂਰਪ ਅਤੇ ਨਾਰਥ ਅਮਰੀਕਾ ਵਿੱਚ ਜ਼ਿਆਦਾਤਰ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਇੱਕ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹਨਾਂ ਸਖਤੀਆਂ ਵਿੱਚ ਢਿੱਲ ਸੋਚ ਸਮਝ ਕੇ ਦੇਣੀ ਚਾਹੀਦੀ ਹੈ, ਪਰ ਬਹੁਤੇ ਦੇਸ਼ ਇਹ ਕਹਿਣ ਲੱਗੇ ਨੇ ਕਿ ਕਰੋਨਾ ਵਾਇਰਸ ਇੱਕ ਫਲੂ ਦੀ ਤਰ੍ਹਾਂ ਹੈ। ਜੀ ਹਾਂ, ਬਹੁਤ ਸਾਰੇ ਦੇਸ਼ਾਂ ਵੱਲੋਂ ਕਰੋਨਾ ਸਖਤੀਆਂ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਨਿਊਯਾਰਕ ਦੀ ਸਰਕਾਰ ਵੱਲੋਂ ਅਗਲੇ ਹਫ਼ਤੇ ਇਸ ਚੀਜ਼ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ ਕਿ ਸਟੇਟ ਵਿੱਚ ਮਾਸਕ ਲਾਜ਼ਮੀ ਜ਼ਰੂਰੀ ਹੈ ਜਾਂ ਫਿਰ ਨਹੀਂ। ਉਧਰ ਇੰਗਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ ਵਰਗੇ ਕਈ ਅਜਿਹੇ ਦੇਸ਼ ਨੇ ਜਿਨ੍ਹਾਂ ਵੱਲੋਂ ਜ਼ਿਆਦਾਤਰ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ। ਪਿਛਲੇ ਹਫ਼ਤੇ ਇੰਗਲੈਂਡ ਵੱਲੋਂ ਡੋਮੈਸਟਿਕ ਰਿਸਟ੍ਰਿਕਸ਼ਨਸ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ। ਇੱਥੇ ਜਨਤਕ ਥਾਵਾਂ ਦੇ ਉੱਪਰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਵੈਕਸੀਨ ਪਾਸਿਸ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਰਕ ਫਰੋਮ ਹੋਮ ਦਾ ਆਰਡਰ ਵੀ ਇੱਥੋਂ ਹਟਾ ਦਿੱਤਾ ਗਿਆ। ਮੰਗਲਵਾਰ ਨੂੰ ਨਾਰਵੇ ਵੱਲੋਂ ਐਲਾਨ ਕੀਤਾ ਗਿਆ ਕਿ ਜੋ ਉਹਨਾਂ ਵੱਲੋਂ 11 ਵਜੇ ਤੋਂ ਬਾਅਦ ਐਲਕੋਹਲ ਵਰਤਾਉਣ ਸੰਬੰਧੀ ਰੋਕ ਲਗਾਈ ਗਈ ਸੀ, ਇਸ ਨੂੰ ਹਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਗੈਦਰਿੰਗ ਨੂੰ ਲੈ ਕੇ ਜੋ ਸਖਤੀ ਕੀਤੀ ਗਈ ਸੀ, ਇਸ ਵਿੱਚ ਵੀ ਹੁਣ ਨਾਰਵੇ ਵੱਲੋਂ ਰਾਹਤ ਦਿੱਤੀ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਇਵੈਂਟਸ ਦੇ ਵਿੱਚ ਹੁਣ ਜ਼ਿਆਦਾਤਰ ਲੋਕ ਇਕੱਠੇ ਬੈਠ ਸਕਣਗੇ। ਇਹਨਾਂ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਬਾਰੇ ਡੈਨਮਾਰਕ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ, ਜਿੱਥੇ ਉਹਨਾਂ ਵੱਲੋਂ ਜ਼ਿਆਦਾਤਰ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਸਵਿਟਜ਼ਰਲੈਂਡ ਵੱਲੋਂ ਵੀ ਹਾਲ ਹੀ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਵੱਲੋਂ ਵਰਕ ਐਟ ਹੋਮ ਅਤੇ ਕੁਆਰੰਟਾਈਨ ਰਿਕੁਆਇਰਮੈਂਟਸ ਹਟਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਪਾਬੰਦੀਆਂ ਵਿੱਚ ਰਾਹਤ ਇੰਨੀ ਛੇਤੀ ਨਾ ਦਿੱਤੀ ਜਾਵੇ। WHO ਦੇ ਚੀਫ ਦਾ ਕਹਿਣਾ ਹੈ ਕਿ ਜ਼ਿਆਦਾਤਰ ਦੇਸ਼ਾਂ ਵੱਲੋਂ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਇਹਨਾਂ ਰਿਸਟ੍ਰਿਕਸ਼ਨਸ ਨੂੰ ਹਟਾਇਆ ਜਾ ਰਿਹਾ ਹੈ, ਪਰ ਇਸ ਦਾ ਨਤੀਜਾ ਬੁਰਾ ਹੋ ਸਕਦਾ ਹੈ ਕਿਉਂਕਿ ਓਮਿਕਰੌਨ ਵੇਰੀਐਂਟ ਨੂੰ ਇੰਨਾ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਉਧਰ ਆਸਟਰੀਆ, ਜੋ ਕਿ ਪਹਿਲਾ ਅਜਿਹਾ ਯੂਰਪੀਅਨ ਦੇਸ਼ ਸੀ ਜਿਸ ਵੱਲੋਂ ਪਹਿਲਾਂ ਵੈਕਸੀਨ ਮੈਂਡੇਟ ਕੀਤਾ ਗਿਆ, ਉਹਨਾਂ ਵੱਲੋਂ ਵੀ ਹੁਣ ਪਾਬੰਦੀਆਂ ਵਿੱਚ ਰਾਹਤ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਹੁਣ ਗ੍ਰੀਸ ਵੱਲੋਂ ਕਹਿ ਦਿੱਤਾ ਗਿਆ ਹੈ ਕਿ 60 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਜਿਹੜੇ ਟੀਕੇ ਨਹੀਂ ਲਗਵਾਉਣਗੇ ਉਹਨਾਂ ਨੂੰ ਜੁਰਮਾਨਾ ਲੱਗੇਗਾ।
ਸਾਊਥ ਅਫਰੀਕਾ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਤੇ ਇੱਥੇ ਮਾਸਕ ਅਜੇ ਵੀ ਲਾਜ਼ਮੀ ਹੋਏਗਾ, ਪਰ ਜੋ ਉਹਨਾਂ ਵੱਲੋਂ ਕਈ ਥਾਵਾਂ ਉੱਪਰ ਕਰਫਿਊ ਲਗਾਇਆ ਗਿਆ ਸੀ, ਇਸ ਨੂੰ ਹਟਾਇਆ ਜਾ ਰਿਹਾ ਹੈ। ਜੀ ਮਨਦੀਪ ਜੀ, ਇੱਕ ਪਾਸੇ ਤਾਂ ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ ਹੈ, ਕਹਿੰਦੇ ਕਿ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਨੂੰ ਇੰਨੀ ਛੇਤੀ ਨਾ ਹਟਾਇਆ ਜਾਵੇ। ਦੂਜੇ ਪਾਸੇ ਦੇਸ਼ ਕਹਿੰਦੇ ਨੇ ਕਿ ਹੁਣ ਇਸ ਨੂੰ ਫਲੂ ਦੇ ਤਰੀਕੇ ਅਸੀਂ ਮੰਨਾਂਗੇ। ਹੁਣ ਕਿਸ ਤਰ੍ਹਾਂ ਦੇਖਦੇ ਹੋ ਇਸ ਸਭ ਚੀਜ਼ ਨੂੰ ਕਿ ਇੱਕ ਪਾਸੇ ਚੇਤਾਵਨੀ ਵੀ ਹੈ ਤੇ ਦੂਸਰੇ ਪਾਸੇ ਲੋਕ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਰਾਹਤ ਦਿੱਤੀ ਜਾਵੇ? ਜੀ ਬਿਲਕੁਲ ਜੀ, ਕਿਉਂਕਿ ਹੁਣ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਔਰ ਇਸ 2 ਸਾਲਾਂ ਵਿੱਚ ਬਹੁਤ ਕੁਝ ਜਿਹੜਾ ਉਹ ਦੇਖਿਆ ਦੁਨੀਆ ਨੇ, ਕੁਝ ਦੇਸ਼ਾਂ ਨੇ ਬਹੁਤ ਕੁਝ ਸਿੱਖਿਆ ਵਾ। ਔਰ ਖਾਸ ਕਰਕੇ ਜਿਹੜਾ ਓਮੀਕਰੋਨ ਵੇਰੀਐਂਟ ਆਇਆ ਸੀ, ਇਸ ਤੋਂ ਬਾਅਦ ਬਹੁਤ ਕੁਝ ਬਦਲਿਆ ਵੀ ਆ, ਕੁਝ ਨਜ਼ਰੀਆ ਵੀ ਬਦਲਿਆ। ਬਹੁਤ ਸਾਰੇ ਲੋਕ ਤਾਂ ਪਹਿਲਾਂ ਹੀ ਕਹਿ ਰਹੇ ਸੀ ਕਿ ਇੱਕ ਫਲੂ ਤੋਂ ਵੱਧ ਕੁਝ ਨਹੀਂ ਹੈਗਾ। ਬਹੁਤ ਸਾਰੇ ਡਾਕਟਰ ਸੀਗੇ ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਸੀਗੀ। ਪਰ ਹੁਣ ਐਂ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ ਜਾਂ ਬਹੁਤ ਸਾਰੇ ਮੁਲਕਾਂ ਨੇ ਕੋਵਿਡ ਅੱਗੇ ਹੱਥ ਖੜੇ ਕਰ ਦਿੱਤੇ ਨੇ, ਕਿਉਂਕਿ ਹੁਣ ਬਹੁਤ ਜ਼ਿਆਦਾ ਸਮੇਂ ਤੱਕ ਜਿਹੜਾ ਕੰਮਕਾਰ ਨਹੀਂ ਰੋਕਿਆ ਜਾ ਸਕਦਾ, ਪਾਬੰਦੀਆਂ ਨਹੀਂ ਲਾਈਆਂ ਜਾ ਸਕਦੀਆਂ, ਨਾ ਲੋਕਾਂ ਨੂੰ ਇਸ ਤਰੀਕੇ ਨਾਲ ਪਾਬੰਦੀਆਂ 'ਚ ਰੱਖਿਆ ਜਾ ਸਕਦਾ। ਤੁਸੀਂ ਹਾਲਾਤ ਇਸ ਵਕਤ ਦੇਖ ਰਹੇ ਹੋ, ਜੋ ਕੈਨੇਡਾ ਦੇ ਵਿੱਚ ਇਸ ਵਕਤ ਪ੍ਰੋਟੈਸਟ ਚੱਲ ਰਿਹਾ ਵਾ, ਉਹ ਵੀ ਇਸੇ ਦਾ ਨਤੀਜਾ ਆ। ਸੋ ਜਿਵੇਂ ਇੰਗਲੈਂਡ ਵਰਗੇ ਮੁਲਕ ਆ ਜਿਨ੍ਹਾਂ ਵੱਲ ਦੁਨੀਆ ਦੇਖਦੀ ਆ, ਕੁਝ ਯੂਰਪ ਦੇ ਮੁਲਕ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਵੱਲੋਂ ਲਗਭਗ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਔਰ 2-3 ਚੀਜ਼ਾਂ ਕੁਝ ਇਸ ਤਰੀਕੇ ਦੀਆਂ ਹੋਈਆਂ ਨੇ, ਜਿਹਦੇ ਵਿੱਚ ਵੈਕਸੀਨ ਦੀ ਅਸੀਂ ਗੱਲ ਕਰ ਸਕਦੇ ਹਾਂ। ਵੈਕਸੀਨ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਖਾਸ ਕਰਕੇ ਇੰਗਲੈਂਡ ਤੇ ਕੈਨੇਡਾ ਦੇ ਵਿੱਚ ਇੱਕ ਜੋ ਫਾਈਜ਼ਰ ਦੀ ਗੋਲੀ ਆਈ ਆ, ਜਿਸ ਨਾਲ ਹੁਣ ਇਹ ਆ ਕਿ ਪਹਿਲਾਂ ਤਾਂ ਸਿਰਫ ਜਦੋਂ ਕੋਵਿਡ ਦੇ ਰੋਕਥਾਮ ਲਈ ਜਿਵੇਂ ਪੋਲੀਓ ਦੀਆਂ ਬੂੰਦਾਂ ਭਾਰਤ ਵਿੱਚ ਬੁਲਾਉਂਦੇ ਨੇ ਕਿ ਪੋਲੀਓ ਹੋਵੇ ਨਾ, ਉਵੇਂ ਇਹ ਵੈਕਸੀਨ ਸੀ ਵੀ ਕੋਵਿਡ ਹੋਵੇ ਨਾ, ਜੇ ਹੁੰਦਾ ਤਾਂ ਬਚਾਅ ਹੋ ਜਾਵੇ। ਸੋ ਕੋਵਿਡ ਦੇ ਇਲਾਜ ਲਈ ਕੁਝ ਹੈ ਨਹੀਂ ਸੀ। ਸੋ ਜਿਹੜੀ ਫਾਈਜ਼ਰ ਦੀ ਪਿੱਲ ਆ, ਭਾਵ ਕਿ ਗੋਲੀ ਨੂੰ ਮਨਜ਼ੂਰੀ ਮਿਲੀ ਆ, ਹੁਣ ਇਹਦਾ ਮਤਲਬ ਇਹ ਵੀ ਆ ਕਿ ਹੁਣ ਕੋਵਿਡ ਦਾ ਇਲਾਜ ਵੀ ਹੋ ਸਕਦਾ। ਜਿਹੜਾ ਉਹਨਾਂ ਦਾ 5 ਗੋਲੀਆਂ ਦਾ ਕੋਰਸ ਆ ਵੀ 5 ਗੋਲੀਆਂ ਖਾਣ ਤੋਂ ਬਾਅਦ ਜਿਹੜਾ ਵਾ ਕੋਵਿਡ ਦਾ ਮਰੀਜ਼ ਦਾ ਲਗਭਗ ਠੀਕ ਹੋ ਜਾਂਦਾ। ਕਹਿ ਰਿਹਾ ਕਿ ਉਹ ਵੀ 90% ਦੇ ਆਸ-ਪਾਸ ਉਹਨਾਂ ਦਾ ਰਿਜ਼ਲਟ ਪੋਜ਼ਿਟਿਵ ਆ ਰਿਹਾ ਉਸ ਗੋਲੀ ਦਾ। ਸੋ ਜਿਹਦਾ ਮਤਲਬ ਇਹ ਆ ਕਿ ਹੁਣ ਕਰੋਨਾ ਦਾ ਇਲਾਜ ਵੀ ਆ ਗਿਆ। ਔਰ ਉਸ ਤੋਂ ਬਾਅਦ ਜਿਹੜਾ ਓਮੀਕਰੋਨ ਵੇਰੀਐਂਟ ਆਇਆ, ਜਿਹਦੇ ਕੈਨੇਡਾ ਦੇ ਵਿੱਚ ਕੁਝ ਵੱਖਰੇ ਤਰੀਕੇ ਦੇ ਹਾਲਾਤ ਪੈਦਾ ਕਰ ਦਿੱਤੇ। ਇੰਨੀ ਵੱਡੀ ਪੱਧਰ ਤੇ ਕੋਵਿਡ ਇਹਦੇ ਓਮੀਕਰੋਨ ਦੇ ਕੇਸ ਹੋ ਗਏ ਸੀਗੇ। ਬਹੁਤ ਸਾਰੇ ਲੋਕ ਅਸੀਂ ਆਪਣੀ ਜਾਣ ਪਛਾਣ 'ਚ ਦੇਖਿਆ, ਕੋਈ ਵੀ ਵਿਅਕਤੀ ਇਹੋ ਜਿਹਾ ਨਹੀਂ ਸੀ ਜਿਹਦੇ ਨੋਨ ਦੇ ਵਿੱਚ, ਜਿਹਦੇ ਪਰਿਵਾਰ, ਰਿਸ਼ਤੇਦਾਰੀ, ਦੋਸਤ ਮਿੱਤਰਾਂ ਦੇ ਵਿੱਚ ਕਿਸੇ ਨੂੰ ਇਹ ਓਮੀਕਰੋਨ ਵੇਰੀਐਂਟ ਨਾ ਹੋਇਆ ਹੋਵੇ। ਸੋ ਇਹਦੇ ਉੱਤੇ ਕੋਈ ਵੀ ਸਰਕਾਰ ਜਿਹੜੀ ਹੈ ਕਿਸੇ ਵੀ ਤਰੀਕੇ ਦੀ ਪਾਬੰਦੀ ਜਿਹੜੀ ਉਹ ਅਸਰ ਨਹੀਂ ਕੀਤਾ। ਸੋ ਉਸ ਤੋਂ ਬਾਅਦ ਵੀ ਕੁਝ ਇਸ ਤਰੀਕੇ ਦਾ ਨਜ਼ਰੀਆ ਪੈਦਾ ਹੋਇਆ ਕਿ ਇਹ ਹੁਣ ਇੱਕ ਫਲੂ ਹੈ, ਇਹਨੂੰ ਫਲੂ ਦੇ ਤੌਰ ਤੇ ਲੈਣਾ ਚਾਹੀਦਾ, ਜਿਹਦਾ ਐਲਾਨ ਕੁਝ ਮੁਲਕਾਂ ਨੇ ਕਰ ਦਿੱਤਾ। ਕੈਨੇਡਾ ਦੇ ਵੀ ਹੁਣ ਕਈ ਸੂਬਿਆਂ ਦੇ ਵਿੱਚ ਜਦੋਂ ਵੈਕਸੀਨ ਵੀ ਹੈਗੀ ਆ, ਹੁਣ ਸਾਡੇ ਕੋਲ ਇੱਕ ਇਲਾਜ ਕਰਨ ਲਈ ਗੋਲੀ ਵੀ ਹੈਗੀ ਆ, ਤੇ ਉਸ ਤੋਂ ਬਾਅਦ ਹੁਣ ਓਮੀਕਰੋਨ ਵੇਰੀਐਂਟ ਦਾ ਤਜਰਬਾ ਵੀ ਹੈਗਾ ਆ। ਔਰ ਉਮੀਦ ਇਹ ਕੀਤੀ ਜਾ ਰਹੀ ਹੈ, ਜਿਵੇਂ ਅੰਟਾਰੀਓ ਵੱਲੋਂ ਰੀਓਪਨਿੰਗ ਪਲਾਨ ਦਿੱਤਾ ਗਿਆ, ਕਿਊਬਕ, ਇਹ ਦੋਨੇ ਸੂਬੇ ਸਭ ਤੋਂ ਵੱਧ ਪੀੜਤ ਆ। ਸਭ ਤੋਂ ਵੱਧ ਮੌਤਾਂ ਕਿਊਬਕ ਵਿੱਚ ਹੋਈਆਂ, ਜਿੱਥੇ 13,000 ਤੋਂ ਵੱਧ ਮੌਤਾਂ ਹੋਈਆਂ ਤੇ 11,000 ਤੋਂ ਵੱਧ ਦਾ ਅੰਕੜਾ ਹੁਣ ਤਾਂ ਉਸ ਤੋਂ ਵੀ ਵੱਧ ਗਿਆ ਅੰਟਾਰੀਓ ਵਿੱਚ ਆ। ਸੋ ਉਸ ਤੋਂ ਬਾਅਦ ਹੁਣ BCB ਵਾਲੇ ਵੀ ਇਹ ਕਹਿ ਰਹੇ ਆ ਕਿ ਅਸੀਂ ਪੀਕ ਆਲਰੇਡੀ ਦੇਖ ਲਈ ਓਮੀਕਰੋਨ ਦੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਕੁਝ ਮਹੀਨਿਆਂ ਤੱਕ ਕੈਨੇਡਾ ਦੇ ਵਿੱਚ ਵੀ ਪਾਬੰਦੀਆਂ ਤੋਂ ਢਿੱਲ ਮਿਲ ਸਕਦੀ ਆ। ਕਾਫੀ ਹੱਦ ਤੱਕ ਕੁਝ ਦਿੱਤੀ ਵੀ ਜਾ ਰਹੀ ਆ। ਅੰਟਾਰੀਓ ਨੇ ਤਾਂ ਆਪਣਾ ਪਲਾਨ ਦਿੱਤਾ ਹੀ ਹੋਇਆ ਕਿ 14 ਮਾਰਚ ਤੱਕ ਵੈਕਸੀਨ ਅਤੇ ਜਿਹੜਾ ਮਾਸਕ ਆ ਉਹਨੂੰ ਛੱਡ ਕੇ ਬਾਕੀ ਪਾਬੰਦੀਆਂ ਤੋਂ ਕਾਫੀ ਢਿੱਲ ਮਿਲ ਸਕਦੀ ਆ। ਹੋਰਨਾਂ ਸੂਬਿਆਂ ਤੋਂ ਵੀ ਆ ਰਿਹਾ। ਸੋ ਉਮੀਦ ਹੈਗੀ ਆ ਕਿ ਜ਼ਿੰਦਗੀ ਨਾਰਮਲ ਹੋਊਗੀ ਔਰ ਇਹਨੂੰ ਹੁਣ ਇੱਕ ਫਲੂ ਵਾਂਗ ਲਿਆ ਜਾਵੇਗਾ, ਜਿਵੇਂ ਕੁਝ ਮੁਲਕਾਂ ਨੇ ਐਲਾਨ ਕਰ ਦਿੱਤਾ। ਪਰ ਕੁਝ ਮੁਲਕ ਹਾਲੇ ਥੋੜੀ ਜਿਹੀ ਸਹਿਜਤਾ ਵਰਤ ਰਹੇ ਨੇ, ਦੇਖ ਰਹੇ ਨੇ ਕਿ ਕੀ ਨਤੀਜੇ ਨਿਕਲਦੇ ਆ, ਉਸ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਐਲਾਨ ਕਰਨਗੇ। ਜੀ ਮਨਦੀਪ ਜੀ, ਕਰੋਨਾ ਵਾਇਰਸ ਦਾ ਅਸਰ ਲਗਭਗ ਸਾਰੀਆਂ ਚੀਜ਼ਾਂ ਤੇ ਪਿਆ, ਇਮੀਗ੍ਰੇਸ਼ਨ ਦੇ ਉੱਪਰ ਵੀ ਇਸ ਦਾ ਕਾਫੀ ਜ਼ਿਆਦਾ ਪ੍ਰਭਾਵ ਪਿਆ। ਕਾਫੀ ਚੀਜ਼ਾਂ ਬਦਲੀਆਂ ਕਿਉਂਕਿ ਬੈਕਲੌਗ ਵੀ ਕਾਫੀ ਜ਼ਿਆਦਾ ਇਕੱਠਾ ਹੋ ਚੁੱਕਿਆ। ਪਰ ਸਵਾਲ ਇਹ ਹੈ ਕਿ ਸਿਟੀਜ਼ਨਸ਼ਿਪ ਜਿਹੜੀਆਂ ਸੈਰੇਮਨੀਜ਼ ਨੇ ਉਹ ਮੌਜੂਦਾ ਸਮੇਂ ਕਿਸ ਤਰ੍ਹਾਂ ਹੋ ਰਹੀਆਂ ਨੇ? ਬਿਲਕੁਲ ਜੀ, ਸਿਟੀਜ਼ਨਸ਼ਿਪ ਨੂੰ ਲੈ ਕੇ ਕਿਉਂਕਿ ਹਰ ਤਰੀਕੇ ਦੀ ਜਿਹੜੀ ਇਮੀਗ੍ਰੇਸ਼ਨ ਨਾਲ ਜੁੜਿਆ ਮਸਲਾ ਸੀ ਉਹਦਾ ਡਿਲੇ ਹੋਇਆ। ਖਾਸ ਕਰਕੇ 2020 ਵਿੱਚ ਸਰਕਾਰ ਆਪਣੇ ਟਾਰਗੇਟ ਤੋਂ ਬਹੁਤ ਪਿੱਛੇ ਰਹਿ ਗਈ ਕਿਉਂਕਿ ਆਫਿਸ ਬੰਦ ਹੋ ਗਏ ਸੀਗੇ। ਨਾ ਉਨੇ ਲੋਕਾਂ ਨੂੰ PR ਦਿੱਤੀ ਗਈ, ਨਾ ਵਰਕ ਪਰਮਿਟ ਦਿੱਤੇ ਗਏ, ਨਾ ਸਟੱਡੀ ਪਰਮਿਟ ਦਿੱਤੇ ਗਏ, ਨਾ ਵਿਜ਼ਟਰ ਵੀਜ਼ੇ ਦਿੱਤੇ ਗਏ। ਉਸੇ ਤਰੀਕੇ ਨਾਲ ਜਿਹੜੀ ਉਹ ਸਿਟੀਜ਼ਨਸ਼ਿਪ ਵੀ ਲੋਕਾਂ ਨੂੰ ਨਹੀਂ ਦਿੱਤੀ ਗਈ। ਇਹਦਾ ਬੈਕਲੌਗ ਵੀ ਬਹੁਤ ਇਕੱਠਾ ਹੋ ਗਿਆ ਸੀਗਾ। ਸੋ ਹੁਣ ਇਸ ਮਾਮਲੇ 'ਚ ਲੈ ਕੇ ਵੀ ਪਿਛਲੇ ਦਿਨ ਜਿਹੜਾ ਸੀ ਉਹ ਐਲਾਨ ਕੀਤਾ ਗਿਆ ਸੀ ਕਿ ਜਿਹੜੇ ਇਹ ਵਾਲੇ ਬੈਕਲੌਗ ਆ ਹੁਣ ਇਹ ਵੀ ਖਤਮ ਕੀਤੇ ਜਾਣਗੇ ਤੇ ਆਨਲਾਈਨ ਜਿਹੜੀਆਂ ਸਿਟੀਜ਼ਨਸ਼ਿਪ ਸੈਰੇਮਨੀਜ਼ ਆ, ਆਨਲਾਈਨ ਜਿਹੜੀ ਸਹੁੰ ਆ ਉਹ ਚੁਕਾਈ ਜਾਵੇਗੀ।
ਸੋ ਆਨਲਾਈਨ ਜਿਹੜੇ ਆ ਉਹ ਸ਼ਾਇਦ ਐਗਜ਼ਾਮ ਵੀ ਹੁਣ ਸਿਟੀਜ਼ਨ ਦਾ ਹੋਊਗਾ। ਪਰ ਅੱਜ ਸੀਨ ਫਰੇਜ਼ਰ ਜਿਹੜੇ ਆ ਉਹਨਾਂ ਵੱਲੋਂ ਆਨਲਾਈਨ ਜਿਹੜੀ ਸੀ ਇੱਕ ਸੈਰੇਮਨੀ ਦਾ ਅੱਜ ਜਾਣਕਾਰੀ ਦਿੱਤੀ ਗਈ ਹੈ ਕਿ ਹੋਈ ਆ, ਔਰ ਕੁਝ ਲੋਕਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਦਿੱਤੀ ਵੀ ਗਈ ਆ। ਸੋ ਉਮੀਦ ਹੈ ਕਿ ਹੁਣ ਇਹ ਜਿਹੜੀਆਂ ਬੈਕਲੌਗ ਫਾਈਲਰਸ ਨੇ, ਜਿਹੜੇ ਲੋਕਾਂ ਨੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ, ਨਾਗਰਿਕਤਾ ਅਪਲਾਈ ਕੀਤੀ ਹੈ ਕੈਨੇਡਾ ਦੀ, ਉਹ ਵੀ ਹੁਣ ਜਲਦੀ ਨਾਲ ਤੇ ਤੇਜ਼ੀ ਨਾਲ ਕੰਮ ਹੋਊਗਾ। ਸੋ ਉਹਦੀ ਸ਼ੁਰੂਆਤ ਅੱਜ ਜਿਹੜੀ ਹੋ ਗਈ ਆ। ਅੱਜ ਸੀਨ ਫਰੇਜ਼ਰ ਵੱਲੋਂ ਜਿਹੜਾ ਵਾ ਇਹ ਟਵਿੱਟਰ ਦੇ ਉੱਤੇ ਦੱਸਿਆ ਗਿਆ, ਫੋਟੋ ਵੀ ਪਾਈ ਉਹਨਾਂ ਲੋਕਾਂ ਦੀ ਜਿਹੜੇ ਅੱਜ ਕੈਨੇਡਾ ਦੇ ਨਾਗਰਿਕ ਬਣੇ ਨੇ। ਜੀ ਸੁਮਨਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਤੇ ਇਹਨਾਂ ਖਬਰਾਂ ਦੇ ਉੱਪਰ ਜਾਣਕਾਰੀ ਸਾਂਝੀ ਕਰਨ ਲਈ। ਜੀ ਬਹੁਤ ਬਹੁਤ ਧੰਨਵਾਦ। ਸੋ ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਕੈਨੇਡਾ ਨਾਓ ਦੇ ਰਾਹੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ।